ਖੇਤੀਬਾੜੀ ਦੇ ਖੇਤਰ ਵਿੱਚ ਜਦੋਂ ਅਸੀਂ ਕੁਝ ਨਵਾਂ ਕਰਦੇ ਹਾਂ ਤਾਂ ਇਹ ਦੂਜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੋਣ ਦੇ ਨਾਲ ਸਾਡੇ ਵਾਸਤੇ ਸਬਰ ਤੇ ਸੰਤੋਖ ਦਾ ਕਾਰਨ ਹੀ ਬਣਦਾ ਹੈ ਤੇ ਨਾਲ ਹੀ ਮੌਕੇ ਦੀਆਂ ਸਰਕਾਰਾਂ ਗੈਰ ਸਰਕਾਰੀ ਅਦਾਰਿਆਂ ਵੱਲੋਂ ਸਾਡੇ ਕੀਤੇ ਕੰਮਾਂ ਨੂੰ ਸਲਾਹੁੰਦੇ ਹੋਏ ਇਨਾਮਾਂ ਨਾਲ ਵੀ ਨਿਵਾਜਿਆ ਜਾਂਦਾ ਹੈ। ਅੱਜ ਤੁਹਾਨੂੰ ਅਜਿਹੇ ਹੀ ਕਰਮਸ਼ੀਲ ਕਿਸਾਨ ਰਿਟਾਇਰਡ ਮੇਜਰ ਮਨਮੋਹਨ ਸਿੰਘ ਹੋਰਾਂ ਨਾਲ ਮਿਲਾਉਂਦੇ ਹਾਂ, ਜਿਨ੍ਹਾਂ ਨੂੰ ਉਹਨਾਂ ਵੱਲੋਂ ਕੀਤੇ ਗਏ ਵੱਖ-ਵੱਖ ਕੰਮਾਂ ਕਰਕੇ ਵੱਖ-ਵੱਖ ਇਨਾਮਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਅੰਮ੍ਰਿਤਸਰ ਦੇ ਆਲੇ ਦੁਆਲੇ ਪਾਰਟੀ ਤੋਂ ਤਕਰੀਬਨ 100 ਸਾਲ ਪਹਿਲਾਂ ਹੀ ਬਹੁਤ ਜ਼ਿਆਦਾ ਬਾਗ ਬਗੀਚੇ ਸਨ। ਉਹਨਾਂ 'ਚ ਮੇਰੇ ਗ੍ਰੈਂਡਫਾਦਰ ਦੇ ਵੀ ਬਾਗ ਸੀਗੇ। ਉਹਨਾਂ ਬਾਗਾਂ ਦੀ ਬਦੌਲਤ ਮੈਂ ਜੋ ਮੇਰਾ ਬਚਪਨ ਹੋਇਆ ਤੇ 6-7 ਸਾਲ ਦੀ ਉਮਰ ਤੋਂ ਹੀ ਮੈਂ ਉਹਨਾਂ ਬਾਗਾਂ ਦੇ ਵਿੱਚ ਜਾਂਦਾ ਸਾਂ ਤੇ ਕੰਮਕਾਰ ਦੇਖਦੇ ਸੀ। ਮੇਰੇ ਪਿਤਾ ਕਿਉਂਕਿ ਇੱਕ ਪਬਲਿਕ ਲਾਈਫ 'ਚ ਹੋਣ ਕਰਕੇ ਉਹ ਆਪਣੇ ਪਰਿਵਾਰ ਦੇ ਵਿੱਚ ਕੰਮ ਵਾਸਤੇ ਜਾਂ ਖੇਤੀ ਵਿੱਚ ਟਾਈਮ ਘੱਟ ਦਿੰਦੇ ਸਨ। ਇਸ ਲਈ ਮੈਂ ਆਪਣੇ ਗ੍ਰੈਂਡਫਾਦਰ ਦਾ ਨਾਲ ਹੱਥ ਵਟਾਉਂਦਾ ਸਾਂ ਪੜ੍ਹਾਈ ਦੇ ਨਾਲ। ਫਿਰ ਮੈਂ ਤਕਰੀਬਨ 1967 ਦੇ ਵਿੱਚ ਮੈਂ ਕਮਿਸ਼ਨ ਲੈ ਲਿਆ ਤੇ ਇੰਡੀਅਨ ਆਰਮੀ ਚਲੇ ਗਿਆ। ਉੱਥੇ ਵੀ ਮੈਂ ਜਿੰਨਾ ਚਿਰ ਸਰਵਿਸ ਕੀਤੀ ਆ, ਮੈਂ ਛੁੱਟੀ ਦੇ ਦੌਰਾਨ 2 ਮਹੀਨੇ ਛੁੱਟੀ ਜਿਹੜੀ ਸੀ ਉਹਦੇ ਵਿੱਚ ਆਪਣੇ ਬਾਗ ਨੂੰ ਜਾਂ ਕਣਕ ਝੋਨੇ ਦੀ ਫਸਲ ਦਾ ਵੀ ਧਿਆਨ ਰੱਖਣ ਲਈ ਕਈ ਵਾਰ ਮੈਨੇਜ ਕਰਕੇ ਤੇ ਇੱਕ ਮਹੀਨੇ ਦੀ ਛੁੱਟੀ 2 ਵਾਰਾਂ ਲੈਂਦਾ ਸਾਂ। ਉਹ ਇਸ ਤੋਂ ਬਾਅਦ ਜਦੋਂ ਮੈਨੂੰ ਇਸੇ ਖੇਤੀ ਦੇ ਸ਼ੌਂਕ ਨੇ ਮੈਂ ਪ੍ਰੀਮਚੋਰ ਰਿਟਾਇਰਮੈਂਟ ਲੈ ਲਈ 1990 ਦੇ ਵਿੱਚ। ਉਹ ਲੈ ਕੇ ਕੁਛ ਚਿਰ ਮੈਂ ਜਿਹੜੀ ਨੋਰਮਲ ਕਣਕ ਝੋਨੇ ਦੀ ਖੇਤੀ ਕੀਤੀ। ਉਸ ਤੋਂ ਬਾਅਦ ਮੈਂ ਹਾਰਟੀਕਲਚਰ ਵੱਲ ਆ ਗਿਆ ਔਰ ਮੈਂ ਪਹਿਲਾਂ ਕੀਨੂ ਦਾ ਖੇਤੀ ਕੀਤੀ ਅੰਮ੍ਰਿਤਸਰ ਵਿੱਚ ਲਾਇਆ ਕਿ ਜਿਹੜਾ ਕੀਨੂ ਅੰਮ੍ਰਿਤਸਰ ਦੀ ਬਗੀਚਾ ਨਹੀਂ ਗਿਣੇ ਜਾਂਦੇ, ਇਹ ਨੋਰਮਲੀ ਹੁਸ਼ਿਆਰਪੁਰ ਔਰ ਅਬੋਹਰ ਦੇ ਬਗੀਚੇ ਗਿਣੇ ਜਾਂਦੇ ਆ। ਉਹਦੇ ਵਿੱਚ ਮੈਂ ਆਪਣਾ ਵੈਕਸਿੰਗ ਪਲਾਂਟ ਲਗਾਇਆ ਔਰ ਉਸ ਨੂੰ ਕਾਮਯਾਬ ਕਰਕੇ ਲੋਕਾਂ ਨੂੰ ਦੱਸਣ ਵਾਸਤੇ ਕਿ ਅੰਮ੍ਰਿਤਸਰ ਵਿੱਚ ਵੀ ਕੀਨੂ ਹੋ ਜਾਂਦਾ ਆ। ਉਸੇ ਕੀਨੂ ਦੀ ਖੇਤੀ ਕਰਕੇ ਮੈਂ ਡੈਂਸ ਪਲਾਂਟੇਸ਼ਨ ਕੀਤੀ। ਉਹਦੇ ਕਰਕੇ ਮੈਨੂੰ ICR ਨੇ ਇੱਕ ਨੈਸ਼ਨਲ ਅਵਾਰਡ ਵੀ ਦਿੱਤਾ, NG ਰੰਗਾ ਨੈਸ਼ਨਲ ਅਵਾਰਡ, ਜਿਹੜਾ ਕਿ ਮੈਨੂੰ 2013 ਦੇ ਵਿੱਚ ਮਿਲਿਆ। ਫਿਰ ਉਸ ਤੋਂ ਬਾਅਦ ਮੈਂ ਖੇਤੀ ਜਿਹੜੀ ਆ ਅੰਮ੍ਰਿਤਸਰ ਦੀ ਮੇਨ ਕ੍ਰੌਪ ਜਿਹੜੀ ਆ ਉਹ ਹੈਗੀ ਇਹ ਨਾਸ਼ਪਤੀ ਆ। ਉਸ ਨਾਸ਼ਪਤੀ ਨੂੰ ਪ੍ਰਫੁੱਲਿਤ ਕਰਨ ਲਈ ਮੈਂ ਨਾਸ਼ਪਤੀ ਲਾਈ। ਇਸ ਵੇਲੇ ਮੇਰੇ ਕੋਲ ਤਕਰੀਬਨ 65 ਏਕੜ ਜਿਹੜੀ ਮੇਰੇ ਔਰ ਮੇਰੇ ਪਰਿਵਾਰ ਕੋਲ ਨਾਸ਼ਪਤੀ ਦਾ ਬਗੀਚਾ ਆ। ਇਹ ਨਾਸ਼ਪਤੀ ਦੇ ਨਾਲ ਹੀ ਮੈਂ ਫਿਲਰ ਵੀ ਲਾਏ, ਆੜੂ ਲਾਇਆ, ਆਲੂ ਬੁਖਾਰਾ ਲਾਇਆ ਤੇ ਲੀਚੀ ਵੀ ਆ ਮੇਰੇ ਕੋਲ 9 ਏਕੜ। ਤੇ ਇਹਦੇ ਨਾਲ ਮੈਂ ਦੂਜੀਆਂ ਜਿਹੜੀ ਆ ਮੈਂ ਕਣਕ ਝੋਨੇ ਨੂੰ ਪਹਿਲਾਂ ਕਰਦਾ ਸਾਂ। ਮੈਂ ਕਣਕ ਝੋਨੇ ਦੀ ਜਿਹੜੀ ਆ ਉਹਦੇ ਬੀਜ ਤਿਆਰ ਕੀਤੇ। ਮੈਂ ਨੈਸ਼ਨਲ ਫੀਡ ਕਾਰਪੋਰੇਸ਼ਨ ਨੂੰ, ਪੰਜਾਬ ਸੀਡ ਕਾਰਪੋਰੇਸ਼ਨ ਨੂੰ ਤੇ IAR ਨੂੰ ਕਣਕ ਝੋਨੇ ਦੇ ਬੀਜ ਵੀ ਦਿੱਤੇ, ਸਬਜ਼ੀਆਂ ਦੇ ਬੀਜ ਵੀ ਦਿੱਤੇ ਔਰ ਉਹਦੇ ਕਰਕੇ ਮੈਨੂੰ IAR ਤੇ ICR ਨੇ ਬਹੁਤ ਮਾਨ ਸਨਮਾਨ ਦਿੱਤਾ। ਉਸ ਤੋਂ ਬਾਅਦ ਮੈਂ ਜਦੋਂ ਨਾਖਾਂ ਦੀ ਗੱਲ ਹੋਈ ਤੇ ਅਸੀਂ ਨਾਖਾਂ ਨੂੰ 2 ਸਾਲ ਦੇ ਬੂਟੇ ਨਰਸਰੀ 'ਚ ਰੱਖ ਕੇ ਲਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ 8 ਸਾਲਾਂ ਬਾਅਦ ਪੂਰਾ ਫਲ ਆਉਂਦਾ ਸੀ, ਉਹ 6 ਸਾਲਾਂ ਬਾਅਦ ਆਉਣ ਡੈ ਪਿਆ। ਔਰ ਉਹਦੇ ਵਿੱਚ ਇਹ ਪਹਿਲਾਂ PAU ਜਿਹੜੀ ਆ ਇਸ ਨੂੰ ਨਰਸਰੀ ਵਿੱਚ 2 ਸਾਲ ਬੂਟਾ ਲਾ ਕੇ ਇਹਦੇ ਹੱਕ ਵਿੱਚ ਨਹੀਂ ਸੀ। ਹੁਣ PAU ਵੀ ਔਰ ਹਾਰਟੀਕਲਚਰ ਡਿਪਾਰਟਮੈਂਟ ਵੀ ਜਿਹੜਾ ਉਹਨਾਂ ਨੇ ਅਪਣਾ ਲਿਆ ਆ। ਔਰ ਉਹਦੇ ਵਿੱਚ ਫਿਰ ਅਸੀਂ ਹੋਰ ਵੀ ਮੈਂ ਤਜਰਬੇ ਕੀਤੇ ਨੇ ਕਿ 25x25 ਦੀ ਬਜਾਏ 13x26, 14x28 ਤੇ 20 ਬਾਗ ਬਗੀਚੇ ਲਾਏ ਨੇ, 20x25 ਤੇ ਵੀ ਲਾਏ ਨੇ। ਉਹਨਾਂ ਦੇ ਅੱਡ ਟਰਾਇਲ ਕੀਤੇ ਨੇ। ਉਹਨੂੰ ਵੇਖਣ ਲਈ ਹੁਣ PAU ਤੇ ਡਿਪਾਰਟਮੈਂਟ ਜਿਹੜਾ ਉਹ ਆਉਂਦੇ ਨੇ ਔਰ ਉਹਦੀ ਅਸੈਸਮੈਂਟ ਕਰਦੇ ਨੇ ਕਿ ਇਹਦੇ ਨਾਲ ਕਿੰਨਾ ਫਲ ਦਾ ਵਾਧਾ ਹੁੰਦਾ ਆ। ਉਹਦੇ ਵਿੱਚ ਕੀ ਹੁੰਦਾ ਹੈ ਕਿ ਫਲ ਭਾਵੇਂ ਉਨਾ ਹੀ ਹੋਵੇ ਲੇਕਿਨ ਕੁਆਲਿਟੀ ਆਫ ਫਰੂਟ ਜਿਹੜਾ ਉਹ ਚੰਗਾ ਹੋ ਜਾਂਦਾ ਹੈ ਡੈਂਸ ਬੂਟਿਆਂ ਜ਼ਿਆਦਾ ਨਾ ਕਰਕੇ। ਇਹਨਾਂ ਦੀ ਬਦੌਲਤ ਜਿਹੜਾ ਵਾ ਉਹ ਮੈਨੂੰ ਅੱਡ ਸਮਿਆਂ 'ਤੇ ਅੱਡ ਮਾਣ ਸਤਿਕਾਰ ਮਿਲਦੇ ਰਹੇ। ਪਹਿਲਾਂ ਮੈਨੂੰ 2010 ਵਿੱਚ PAU ਵੱਲੋਂ ਹਾਰਟੀਕਲਚਰ ਵਿੱਚ ਚੀਫ ਮਿਨਿਸਟਰ ਅਵਾਰਡ ਮਿਲਿਆ। ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ NG ਰੰਗਾ ਅਵਾਰਡ ਜਿਹੜਾ ਹੈ 2013 'ਚ ਮਿਲਿਆ। ਉਸ ਤੋਂ ਬਾਅਦ ਜਗਜੀਵਨ ਰਾਮ ਪੁਰਸਕਾਰ ਜੋਨਲ ਜਿਹੜਾ ਹੈ 2015 'ਚ ਮਿਲਿਆ। ਫਿਰ 2019 ਦਾ ਨੈਸ਼ਨਲ ਜਗਜੀਵਨ ਰਾਮ ਪੁਰਸਕਾਰ ਜਿਹੜਾ ਸੀ ਉਹ 2020 ਦੇ ਵਿੱਚ ਮੈਨੂੰ ਮਿਲਿਆ। ਇਸੇ ਤਰ੍ਹਾਂ ਹੀ ਜਿਹੜੇ ਨੈਸ਼ਨਲ ਅਵਾਰਡ ਨੇ ਆਮ ਤੌਰ 'ਤੇ ਪ੍ਰੈਜ਼ੀਡੈਂਟ ਆਫ ਇੰਡੀਆ ਦਿੰਦਾ ਹੈ। ਪਹਿਲਾ ਅਵਾਰਡ ਡਾਕਟਰ ਪ੍ਰਣਬ ਮੁਖਰਜੀ ਨੇ ਦਿੱਤਾ। ਦੂਸਰਾ ਜਿਹੜਾ ਸੀ ਉਦੋਂ ਕਰੋਨਾ ਦੇ ਕਰਕੇ ਉਹ ਮੈਨੂੰ ਐਗਰੀਕਲਚਰ ਮਿਨਿਸਟਰ ਨੇ ਦਿੱਤਾ। ਜੋਨਲ ਵੀ ਐਗਰੀਕਲਚਰ ਮਿਨਿਸਟਰ ਕੋਲੋਂ ਹੀ ਮਿਲਿਆ। ਇਸੇ ਤਰ੍ਹਾਂ ਹੀ ਮੇਰੇ ICR ਨੇ ਮੇਰਾ ਇੰਨਾ ਕੁ ਮਾਣ ਸਨਮਾਨ ਕੀਤਾ ਕਿ ਮੈਂ ICR ਦੇ ਜਿਹੜੇ ਐਨੂਅਲ ਫੰਕਸ਼ਨ ਹੁੰਦੇ ਨੇ KVKs ਦੇ,
ਉਹ 5-6 ਸਾਲ ਮੈਂ ਜਾਂਦਾ ਰਿਹਾ ਉਹਨਾਂ ਦੇ ਵੱਖ-ਵੱਖ ਥਾਂ 'ਤੇ, ਬੰਗਲੌਰ, ਜਬਲਪੁਰ, PAU ਲੁਧਿਆਣਾ ਅਤੇ ਹੋਰ ਥਾਵਾਂ 'ਤੇ। ਵੱਖ-ਵੱਖ ਜਿਹੜੀਆਂ ਨੇ ਸੈਂਟਰਲ ਯੂਨੀਵਰਸਿਟੀਆਂ, ਜਿਸ ਤਰ੍ਹਾਂ ਕਿ ਪੂਸਾ ਦੀ ਇੱਕ ਯੂਨੀਵਰਸਿਟੀ ਹੈ ਸੈਂਟਰ ਦੀ ਜਿਹੜੀ ਆ, ਉਹ ਬਿਹਾਰ ਦੇ ਵਿੱਚ ਸਮਸਤੀਪੁਰ, ਉਹਨਾਂ ਨੇ ਵੀ ਮੈਨੂੰ ਰਿਸਰਚ ਪੇਪਰ 'ਚ ਸੱਦਿਆ ਔਰ ਮੈਨੂੰ ਮਾਣ ਦਿੱਤਾ। ਇਸੇ ਤਰ੍ਹਾਂ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਨੇ ਮੈਨੂੰ 2-3 ਵਾਰਾਂ ਬੁਲਾਇਆ ਔਰ ਉੱਥੇ ਮੈंने ਐਜ ਏ ਚੀਫ ਗੈਸਟ ਜਾਂਦਾ ਰਿਹਾ ਵਾਂ। ਇਸ ਤਰ੍ਹਾਂ ਹੀ ਜਿਹੜਾ IAR ਜਿਹੜਾ ਬਣਿਆ ਨੂੰ ਤਕਰੀਬਨ ਇਹ ਪਹਿਲਾਂ ਬਿਹਾਰ ਦੇ ਵਿੱਚ ਪੂਸਾ ਜਗ੍ਹਾ ਹੈ, ਉੱਥੇ ਸ਼ੁਰੂ ਹੋਇਆ ਸੀ। 1931 ਦੇ ਵਿੱਚ ਫਲੱਡ ਆਉਣ ਕਰਕੇ ਉੱਥੋਂ ਬਿਹਾਰ 'ਚੋਂ ਸ਼ਿਫਟ ਹੋ ਕੇ ਦਿੱਲੀ ਆ ਗਿਆ, ਜਿਹੜੀ ਜਿਹਨੂੰ ਅਸੀਂ ਪੂਸਾ ਕਹਿੰਦੇ ਹਾਂ। ਉਹਦੇ ਵਿੱਚ ਵੀ ਉਹਨਾਂ ਦਾ ਜਿਹੜਾ ਫਾਊਂਡੇਸ਼ਨ ਡੇ ਹੁੰਦਾ ਆ, ਮੈਂ ਇੱਕੋ ਫਾਰਮਰ ਹਾਂ ਕਿ ਜਿਨ੍ਹਾਂ ਨੇ ਫਾਊਂਡੇਸ਼ਨ ਡੇ 'ਤੇ ਮੈਨੂੰ ਇੱਕ ਫਾਰਮਰ ਨੂੰ ਚੀਫ ਗੈਸਟ ਦੇ ਤੌਰ 'ਤੇ ਸੱਦਿਆ ਔਰ IAR ਨੇ ਇੰਨਾ ਕੁ ਮਾਣ ਸਨਮਾਨ ਮੈਨੂੰ ਦਿੱਤਾ ਹੈ ਕਿ ਉਹਨਾਂ ਦਾ ਮੈਂ ਪਹਿਲਾਂ ਇਨੋਵੇਟਰ ਫਾਰਮਰ ਬਣਿਆ, ਫਿਰ ਉਹਨਾਂ ਦਾ ਮੈਂ ਫੈਲੋ ਫਾਰਮਰ ਬਣਿਆ। ਉਹ ਫੈਲੋ ਫਾਰਮਰ ਦੀ ਹੈਸੀਅਤ ਵਿੱਚ ਮੈਨੂੰ ਲਾਈਫ ਲੌਂਗ ਉਹਨਾਂ ਦਾ ਮੈਂ ਗੈਸਟ ਆ, ਉਹਨਾਂ ਦੇ ਗੈਸਟ ਰੂਮਾਂ ਦੇ ਵਿੱਚ ਵੱਖਰਾ ਇੰਨਾ ਕੁ ਉਹਨਾਂ ਨੇ ਮੈਨੂੰ ਮਾਣ ਦਿੱਤਾ। ਮੈਂ ਉਹਨਾਂ ਦਾ ਬੜਾ IAR ਦਾ ਵੀ ICR ਦਾ ਵੀ ਧੰਨਵਾਦੀ ਹਾਂ। ਇਸੇ ਤਰ੍ਹਾਂ ਹੀ ਮੈਨੂੰ ਸ਼ੌਂਕ ਹੈ ਕਿ ਮੇਰੇ ਫਾਰਮ 'ਤੇ ਦੂਸਰੀਆਂ ਸਟੇਟਾਂ 'ਚੋਂ ਵੀ ਫਾਰਮਰ ਆਉਂਦੇ ਨੇ, ਬੱਚੇ ਵੀ ਆਉਂਦੇ ਨੇ। ਜਿਸ ਤਰ੍ਹਾਂ 2 ਵਾਰਾਂ ਜੰਮੂ ਤੋਂ ਤੇ ਸ਼੍ਰੀਨਗਰ ਤੋਂ ਉਹਨਾਂ ਯੂਨੀਵਰਸਿਟੀਆਂ ਦੇ ਬੱਚੇ ਜਿਹੜੇ ਪੜ੍ਹਨ ਵਾਲੇ ਨੇ, ਉਹਨਾਂ ਨੇ ਵਾਈਸ ਚਾਂਸਲਰ ਨੇ ਘੱਲੇ ਨੇ ਮੇਰੇ ਫਾਰਮ ਦੇ ਉੱਤੇ ਦਿਖਾਉਣ ਲਈ। ਇਸ ਤਰ੍ਹਾਂ ਦੂਜੀਆਂ ਸਟੇਟਾਂ 'ਚੋਂ ਫਾਰਮਰ ਵੀ ਆਉਂਦੇ ਰਹਿੰਦੇ ਨੇ। ਅੱਜ ਅਸੀਂ ਮੇਜਰ ਮਮੋਸ ਹੋਰਾਂ ਦੇ ਫਾਰਮ 'ਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹਨਾਂ ਬਾਰੇ ਇੱਕ ਉਹਨਾਂ ਦੇ ਵਿਚਾਰ ਜਾਣਨ ਆਏ ਹਾਂ। ਅਸੀਂ ਵੀ ਇਹਨਾਂ ਨਾਲ ਬੜਾ ਲੰਬਾ ਸਮਾਂ ਵਿਚਰੇ ਹਾਂ। 2002 ਤੋਂ ਇਹ ਬਾਕੀ ਫਸਲਾਂ ਛੱਡ ਕੇ, ਰਵਾਇਤੀ ਖੇਤੀ ਛੱਡ ਕੇ ਤੇ ਬਾਗਬਾਨੀ ਵੱਲ ਆਏ ਨੇ ਤੇ ਇਹਨਾਂ ਨੇ ਹਰ ਪੈੜ 'ਤੇ ਬੁਲੰਦੀਆਂ ਛੂਹੀਆਂ ਨੇ। ਹੁਣ ਇਸ ਟਾਈਮ 'ਤੇ ਇਹ ਬਾਕੀ ਫਸਲਾਂ ਦੇ ਨਾਲ ਬਾਗਬਾਨੀ ਵਿੱਚ ਮੁੱਖ ਤੌਰ 'ਤੇ ਨਾਸ਼ਪਾਤੀ ਕਰ ਰਹੇ ਨੇ। ਪਹਿਲਾਂ ਕਿੰਨੂ, ਆੜੂ, ਸਾਰੇ ਤਰ੍ਹਾਂ ਦੇ ਆਲੂ ਬੁਖਾਰਾ ਇਹਨਾਂ ਬਾਗ ਲਗਾਏ, ਪਰ ਉਸ ਟਾਈਮ 'ਤੇ ਹੁਣ ਇਸ ਟਾਈਮ 'ਤੇ ਮੇਨ ਇਹ ਨਾਸ਼ਪਾਤੀ ਦੀ ਲੀਚੀ ਦਾ ਕੰਮ ਕਰ ਰਹੇ ਨੇ। ਇਹਨਾਂ ਦੀ ਖਾਸੀਅਤ ਇਹ ਆ ਕਿ ਇਹਨਾਂ ਨੇ ਜੋ ਤਕਨੀਕਾਂ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਨੇ ਤੇ ਬਾਗਬਾਨੀ ਵਿਭਾਗ ਦੱਸਦਾ ਹੈ, ਉਹਨੂੰ ਪੂਰੀ ਤਰ੍ਹਾਂ ਆਪਣੇ ਖੇਤੀ ਵਿੱਚ ਅਪਲਾਈ ਕਰਦੇ ਨੇ। ਉਹਦੇ ਬਹੁਤ ਚੰਗੇ ਰਿਜ਼ਲਟ ਰਹਿ ਰਹੇ ਨੇ। ਹੋਰ ਹੁਣ ਇਹ ਨਵਾਂ ਜਿਹੜਾ ਇਹਨਾਂ ਸ਼ੁਰੂ ਕੀਤਾ ਕੰਮ ਜੀ, ਆਪਣੀ ਪ੍ਰੋਡਿਊਸ ਦਾ, ਆਪਣੀ ਪੈਦਾਵਾਰ ਦੀ ਮਾਰਕੀਟ ਆਪ ਕਰ ਰਹੇ ਨੇ ਤੇ ਬਹੁਤ ਚੰਗਾ ਪੈਸਾ ਕਮਾ ਰਹੇ ਨੇ। ਨਾਲ ਦੀ ਨਾਲ ਹੋਰਨਾਂ ਵੀ ਅਨੇਕਾਂ ਕਿਸਾਨਾਂ ਨੂੰ ਇਹਨਾਂ ਨੇ ਬਾਗਬਾਨੀ ਦੀ ਆਪ ਮਾਰਕੀਟ ਕਰਨ ਵਿੱਚ ਲਾਇਆ। ਅਸੀਂ ਇਹਨਾਂ ਦੇ ਪਿਛਲੇ ਸਾਲਾਂ ਵਿੱਚ ਵੇਖਦੇ ਰਹੇ ਹਾਂ ਕਿ ਜੋ ਇਹਨਾਂ ਦੀ ਆਪਣੀ ਨਾਖ ਦੀ ਪੈਦਾਵਾਰ ਆ, ਯੂਨੀਵਰਸਿਟੀ ਦੀ ਐਵਰੇਜ ਦੇ ਨਾਲੋਂ ਵੀ 2-2.5 ਗੁਣਾ ਵੱਧ ਆਉਂਦੀ ਰਹੀ ਆ। ਉਹ ਇੱਕ ਬੜੀ ਵੱਡੀ ਇਹਨਾਂ ਦੀ ਪ੍ਰਾਪਤੀ ਆ। ਤੇ ਹੁਣ ਇਹ ਕੁਛ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੀ ਇੱਕ ਖੇਤੀ ਦੇ ਕਰਦੇ ਨਾਲ ਇੱਕ ਇਹਨਾਂ ਦਾ ਇੱਕ ਸਮਝੋ ਵੀ ਖੋਜ ਵੀ ਕਰਦੇ ਆ, ਕਿਉਂਕਿ ਇਹਨਾਂ ਹਰ ਤਰ੍ਹਾਂ ਦੀ ਡਿਸਟੈਂਸ 'ਤੇ ਬਾਗ ਲਾਏ। ਪਹਿਲੋਂ ਕਿੰਨੂ 20x10 'ਤੇ ਲਾਇਆ, ਨਾਖ 13x26 'ਤੇ ਵੀ ਲਾਈ, 14x28 'ਤੇ ਵੀ ਲਾਈ, 25x25 'ਤੇ ਵੀ ਲਾਈ, 20x25 'ਤੇ ਵੀ ਲਾਈ। ਤੇ ਉਹਦੇ ਵੱਖ-ਵੱਖ ਤਰ੍ਹਾਂ ਦੇ ਰਿਜ਼ਲਟ ਯੂਨੀਵਰਸਿਟੀ ਨਾਲ ਕਿਸਾਨਾਂ ਨਾਲ ਸਾਂਝੇ ਕਰਦੇ ਆ ਤੇ ਕਿਸਾਨ ਵੀ ਇਹਨਾਂ ਦੇ ਫਾਰਮ 'ਤੇ ਆ ਕੇ ਉਹ ਹਰ ਤਰ੍ਹਾਂ ਦੀ ਜਿਹੜੀ ਗਿਆਨ ਪ੍ਰਾਪਤ ਕਰਦੇ ਨੇ। ਮੈਂ ਹੁਣ ਕਿਉਂਕਿ ਨਾਸ਼ਪਾਤੀ ਦਾ ਕੰਮ ਚੱਲ ਰਿਹਾ ਸੀ ਪਿੱਛੇ ਤੁੜਾਈ ਦਾ, ਤੇ ਬਹੁਤੇ ਬਾਗਬਾਨ ਜਿਹੜੇ ਆ ਜਾਂ ਠੇਕੇਦਾਰ ਨੇ ਉਹ ਬਾਗ ਦੀ ਤੁੜਾਈ ਕਰਕੇ ਤੇ ਹੁਣ ਵਿਹਲੇ ਹੋ ਗਏ ਨੇ। ਇਸ ਟਾਈਮ 'ਤੇ ਬਹੁਤ ਜ਼ਰੂਰੀ ਗੱਲ ਜਿਹੜੀ ਨਾਸ਼ਪਾਤੀ ਕਰਨ ਦੀ ਲੋੜ ਆ, ਉਹਦੇ 'ਤੇ ਹੈਗਾ ਵੀ ਬਹੁਤੀ ਵਾਰ ਅਸੀਂ ਬਾਗਬਾਨ ਜਾਂ ਠੇਕੇਦਾਰ ਜਦੋਂ ਬਾਗ ਦੀ ਤੁੜਾਈ ਹੋ ਜਾਂਦੀ ਆ ਤਾਂ ਉਹਨੂੰ ਬਿਲਕੁਲ ਉਹ ਲਾਪਰਵਾਹੀ ਕਰਦੇ ਆ ਵੀ ਉਹਨੂੰ ਵੇਖਦੇ ਹੀ ਨਹੀਂਗੇ। ਉਹ ਕਹਿੰਦੇ ਵੀ ਫਲ ਤੋੜਿਆ ਤਾਂ ਹੁਣ ਗਾਂਹ ਜਾ ਕੇ ਜਨਵਰੀ ਵੇਖਾਂ ਕੀ ਕਰਨਾ ਇਹਨੂੰ। ਪਰ ਹੁਣ ਜਦੋਂ ਫਲ ਦੀ ਤੁੜਾਈ ਹੋ ਜਾਣੀ ਹੈ, ਉਦੋਂ ਤੋਂ ਲੈ ਕੇ ਅੱਧ ਨਵੰਬਰ ਤੱਕ ਬਾਗ ਦੀ ਬਹੁਤ, ਜੇ ਅਗਲੇ ਸਾਲ ਫਲ ਚੰਗਾ ਲੈਣਾ ਤਾਂ ਬਾਗ ਦਾ ਬਹੁਤ ਧਿਆਨ ਰੱਖਣ ਦੀ ਲੋੜ ਆ। ਉਹਦੇ ਵਿੱਚ ਜਿਵੇਂ ਹੁਣ ਫਲ ਦੀ ਤੁੜਾਈ ਤੋਂ ਬਾਅਦ ਇੱਕ ਉੱਲੀ ਨਾਸ਼ਕ ਦੀ ਸਪਰੇਅ ਬਹੁਤ ਜ਼ਰੂਰੀ ਆ। ਨਾਲ ਦੀ ਨਾਲ ਹੀ ਲੋੜ ਅਨੁਸਾਰ ਜਿਸ ਤਰ੍ਹਾਂ ਅਸੀਂ ਪਹਿਲਾਂ ਪਾਣੀ ਲਾਉਂਦੇ ਹਾਂ ਗਰਮੀਆਂ ਵਿੱਚ, ਉਸ ਤਰ੍ਹਾਂ ਹੀ ਵੱਖ-ਵੱਖ ਇਲਾਕੇ ਦੇ ਹਿਸਾਬ ਨਾਲ ਪਾਣੀ ਲਾਉਂਦੇ ਰਹਿਣਾ ਚਾਹੀਦਾ। ਅਤੇ ਇੱਕ ਮੈਂ ਹੁਣ ਆਹ ਜਮਾ ਸਮਾਂ ਜਾਣ ਰਿਹਾ, ਉਹਦੇ 'ਚ ਵੇਖਿਆ ਵੀ ਜ਼ਮੀਨਾਂ ਮੀਂਹ ਭਾਵੇਂ ਪਏ ਨੇ ਪਰ ਬੂਟੇ ਦਾ ਥੱਲਾ ਬਿਲਕੁਲ ਖੁਸ਼ਕ ਗਿਆ, ਕਿਉਂਕਿ ਬੂਟਾ ਇੱਕ ਤੋਂ ਜਿਹੜਾ ਫਲਾਰਾ ਉਹ ਇੱਕ ਛਤਰੀ ਦਾ ਕੰਮ ਕਰਦਾ, ਬੂਟੇ ਥੱਲੇ ਸਲਾਬ ਨਹੀਂ ਜਾਂਦੀ। ਅਤੇ ਇੱਕ ਬਹੁਤ ਜ਼ਰੂਰੀ ਹੈ ਕਿ ਇਸ ਟਾਈਮ 'ਤੇ ਸਪਰੇਅ ਕਰਨ ਤੋਂ ਬਾਅਦ ਇੱਕ ਚੰਗਾ ਖੁੱਲ੍ਹਾ ਪਾਣੀ ਲਾਇਆ ਜਾਵੇ। ਮੈਂ ਜਿਹੜਾ ਵਾ ਉਹਨੂੰ ਅੰਮ੍ਰਿਤਸਰ ਦੇ ਵਿੱਚ 20x20 ਦੀ ਥਾਂ 'ਤੇ 20x10 'ਤੇ ਕੀਨੂ ਲਾਇਆ। ਉਹਦੇ ਨਾਲ ਕੀ ਆ ਕਿ ਕੀਨੂ ਜਿਹੜਾ ਤੀਜੇ ਚੌਥੇ ਦਾਲ ਜਿਹੜਾ 40% ਦੇਣ ਲੱਗ ਪੈਂਦਾ, ਅਤੇ ਜਿਹੜਾ ਜੇ 20x20 'ਤੇ ਹੁੰਦਾ ਤਾਂ 20x20 'ਤੇ 110 ਬੂਟੇ ਲੱਗਣੇ ਸਨ।
20/20 ਤੇ 110 ਸੀ। 20/10 ਤੇ 220 ਬੂਟੇ ਲੱਗੇ। ਉਹਦੇ ਨਾਲ ਪਹਿਲੇ ਸਾਲਾਂ ਦੇ ਵਿੱਚ ਉਹਦੀ ਜਿਹੜੀ ਆ ਆਮਦਨ ਡਬਲ ਹੋ ਗਈ। ਔਰ ਜਦੋਂ ਬੂਟੇ ਵੱਡੇ ਹੋਏ ਉਦੋਂ ਅਸੀਂ ਇੱਕ ਬੂਟਾ ਕੱਢ ਦਿੱਤਾ। ਯੂਨੀਵਰਸਿਟੀਆਂ ਦਾ ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜ਼ਿਮੀਂਦਾਰ ਜਦੋਂ ਬੂਟੇ ਡੈਂਸ ਪਲਾਂਟੇਸ਼ਨ ਕਰ ਲੈਂਦਾ, ਬਾਅਦ 'ਚ ਬੂਟੇ ਕੱਢਦਾ ਨਹੀਂ, ਤਾਂ ਉਹ ਸਾਰਾ ਹੀ ਬਾਗ ਬਰਬਾਦ ਹੋ ਜਾਂਦਾ ਹੈ। ਲੇਕਿਨ ਅਸੀਂ ਉਹਨੂੰ ਆ ਟਾਈਮ ਸਿਰ ਕੱਢ ਦਿੱਤਾ ਅਤੇ ਉਹਦੇ 'ਚ ਅਸੀਂ ਕਾਮਯਾਬ ਹੋਏ। ਇਸੇ ਤਰ੍ਹਾਂ ਹੀ ਹੁਣ ਮੈਂ ਨਵੀਂ ਜਿਹੜੀ ਕੀਤੀ ਕਿ 2 ਸਾਲ ਨਰਸਰੀ ਵਿੱਚ ਬੂਟਾ ਰੱਖ ਕੇ ਨਾਖ ਦਾ ਲਾਉਣਾ, ਉਹਦੇ ਨਾਲ 2 ਸਾਲ ਦੀ ਸਾਡੀ ਟਾਈਮ ਬਚ ਗਿਆ। ਇਸੇ ਤਰ੍ਹਾਂ ਹੀ ਉਹਦਾ ਜਿਸ ਤਰ੍ਹਾਂ ਮੈਂ ਪਹਿਲਾਂ ਸਿੱਖਿਆ ਕਿ 25/25 ਦੇ 70 ਬੂਟੇ ਲੱਗਦੇ ਨੇ ਕਿੱਲੇ ਦੇ ਵਿੱਚ ਨਾਖ ਦੇ। ਜੇ 20/25 ਤੇ ਲਾਈਏ ਤਾਂ 90 ਬੂਟੇ ਲੱਗਦੇ ਨੇ। ਜੇ 13/26 ਤੇ ਲਾਈਏ ਤਾਂ 128 ਬੂਟੇ ਲੱਗਦੇ ਨੇ। ਜੇ 14/28 ਤੇ ਲਾਈਏ ਤਾਂ 110 ਬੂਟੇ ਲੱਗਦੇ ਨੇ। ਉਹਨਾਂ ਸਾਰਿਆਂ ਦਾ ਹੀ ਮੈਂ ਅੱਡ ਬਗੀਚਿਆਂ 'ਚ ਟਰਾਇਲ ਕੀਤੇ ਨੇ ਤੇ ਲਾਏ ਨੇ, ਔਰ ਉਹਨਾਂ ਦਾ ਰਿਜ਼ਲਟ ਮੈਨੂੰ ਚੰਗਾ ਮਿਲ ਰਿਹਾ। ਔਰ ਬਾਹਰੋਂ PAU ਵਾਲੇ ਵੀ ਜਿਹੜੇ ਨੇ ਉਹ ਆ ਕੇ ਕਰ ਰਹੇ ਨੇ, ਉਹਨਾਂ ਨੇ ਵੀ ਡੈਂਸ ਪਲਾਂਟੇਸ਼ਨ ਸ਼ੁਰੂ ਕਰਾਈ ਹੈ ਕਈਆਂ ਥਾਵਾਂ 'ਤੇ। ਬਾਗਬਾਨੀ ਦੇ ਵਿੱਚ 2 ਚੀਜ਼ਾਂ ਨੇ, ਜਿਹੜਾ ਅੱਜ ਤੋਂ 100 ਸਾਲ ਜਾਂ 150 ਸਾਲ ਪਹਿਲਾਂ ਉਹ ਹੁਣ ਵੀ ਰੂਲ ਲਾਗੂ ਨੇ। ਪਹਿਲਾਂ ਨਾਖ ਨੂੰ ਕਿਉਂਕਿ 10-12 ਸਾਲ ਲੱਗਦੀ ਸੀ ਵੱਡੀ ਹੋਣ ਲਈ, ਉਹਨੂੰ ਫਿਲਰ ਲਾਈਦੇ ਸੀ ਆੜੂ ਔਰ ਆਲੂ ਬੁਖਾਰਾ। ਉਹ ਆੜੂ ਦੀ ਪ੍ਰੋਬਲਮ ਇਹ ਹੁੰਦੀ ਆ ਕਿ ਆੜੂ ਦਾ ਬੂਟਾ ਬਹੁਤ ਛੇਤੀ ਵੱਡਾ ਹੁੰਦਾ ਆ ਔਰ ਉਹਦੀਆਂ ਜੜ੍ਹਾਂ ਉੱਤੇ ਹੁੰਦੀਆਂ ਨੇ, ਡਿੱਗਦਾ ਬਹੁਤ ਜ਼ਿਆਦਾ ਆ। ਉਹ ਕਈ ਵਾਰ ਫਾਰਮਰ ਡਿਸਹਾਰਟਡ ਹੋ ਜਾਂਦਾ ਆ। ਹੁਣ ਜਿਹੜੀ ਨੋਰਮਲ ਕ੍ਰੌਪ ਆ, ਜਿਸ ਤਰ੍ਹਾਂ ਕਣਕ ਆ ਜਾਂ ਪੈਡੀ ਆ, ਝੋਨਾ ਜਿਹਨੂੰ ਕਹਿੰਦੇ ਆ, ਇਹ ਬਾਗ ਦੇ ਵਿੱਚ ਬਿਲਕੁਲ ਨਹੀਂ ਲਾਉਣੀ ਚਾਹੀਦੀ। ਬਾਗ ਦੇ ਵਿੱਚ ਉਹ ਚੀਜ਼ ਲਾਉਣੀ ਚਾਹੀਦੀ ਆ ਕਿ ਜਿਹਨੂੰ ਪਾਣੀ ਓਨਾ ਹੀ ਲੋੜ ਹੋਵੇ ਜਿੰਨਾ ਕਿ ਬਾਗ ਨੂੰ ਚਾਹੀਦਾ ਵਾ। ਔਰ ਦੂਜੀ ਜਿਹੜੀ ਸਭ ਤੋਂ ਜ਼ਰੂਰੀ ਆ ਕਿ ਜੇ ਤੁਸੀਂ ਜ਼ਿਆਦਾ ਕ੍ਰੌਪ ਵੱਲ ਧਿਆਨ ਦਿੰਦੇ ਹੋ ਅਤੇ ਤੁਸੀਂ ਜਿਹੜਾ ਤੁਹਾਡਾ ਵਿੱਚ ਕਈ ਬਾਗਬਾਨ ਜਿਹੜੇ ਨੇ ਬਾਗ ਲਾ ਕੇ ਅਤੇ ਠੇਕੇ 'ਤੇ ਪੈਲੀ ਦੇ ਦਿੰਦੇ ਨੇ, ਉਹਦੇ ਠੇਕੇ ਵਾਲੇ ਨੇ ਵੱਧ ਤੋਂ ਵੱਧ ਕ੍ਰੌਪ ਵੱਲ ਧਿਆਨ ਦੇਣਾ ਹੈ। ਔਰ ਉਹਦਾ ਜਿਹੜਾ ਟਰੈਕਟਰ ਆ ਉਹ ਬੂਟਿਆਂ ਨੂੰ ਲੱਗਣ ਕਰਕੇ ਉਹ ਬੂਟੇ ਜਿਹੜੇ ਨੇ ਉਹ ਛਿੱਲੇ ਜਾਣਗੇ ਜਾਂ ਖਰਾਬ ਹੋ ਜਾਣਗੇ। ਇਸ ਲਈ ਠੇਕੇ 'ਤੇ ਪੈਲੀ ਨਹੀਂ ਦੇਣੀ ਚਾਹੀਦੀ। ਔਰ ਉਹਦੇ ਵਿੱਚ ਸਭ ਤੋਂ ਸੂਟ ਕਰਦਾ ਹੈ ਕਿ ਉਹ ਸਬਜ਼ੀਆਂ ਔਰ ਉਸ ਵਾਤਾਵਰਨ 'ਚ ਜਿਹਦੇ ਵਿੱਚ ਕਿ ਬਾਗ ਨੂੰ ਨੁਕਸਾਨ ਹੋਵੇ ਤਾਂ ਸਬਜ਼ੀਆਂ ਦੀ ਕਾਸ਼ਤ ਕਰੋ, ਨਾ ਕਿ ਹੋਰ ਕੋਈ ਇੰਟਰਕ੍ਰੌਪ ਜਿਹੜਾ ਝੋਨਾ ਕਣਕ ਜਾਂ ਮਕਈ ਨਾ ਕਰੋ ਜਿਹਦੇ ਕਿ ਬੂਟੇ ਨੂੰ ਨੁਕਸਾਨ ਹੋਵੇ। ਬਾਗਬਾਨੀ ਦੇ ਖੇਤਰ ਵਿੱਚ ਨਾਸ਼ਪਾਤੀ, ਕਿੰਨੂ ਆਦਿ ਦੀ ਖੇਤੀ ਨੂੰ ਵਿਗਿਆਨਿਕ ਲੀਹਾਂ ਤੇ ਪਾਉਣ ਵਾਲੇ ਇਸ ਰਿਟਾਇਰਡ ਫੌਜੀ ਮੇਜਰ ਨੇ ਨਵੇਂ ਪੂਰਨੇ ਪਾਏ ਨੇ, ਜੋ ਕਿ ਸਾਡੀ ਖੇਤੀ ਦੇ ਸਨਾਇਕ ਵੱਲੋਂ ਵਨ ਖੇਤੀ, ਇੰਟਰਕ੍ਰੌਪਿੰਗ, ਉਪਲਾ ਸਿੰਚਾਈ, ਸਿੰਗਲ ਬਡ ਕਲਟੀਵੇਸ਼ਨ ਆਫ ਸ਼ੂਗਰ ਕੇਨ, ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ, ਖੇਤੀ ਵਿਭਿੰਨਤਾ ਹੇਠ ਗੋਭੀ, ਮਟਰ ਅਤੇ ਸਰੋਂ ਦੀ ਖੇਤੀ ਵਿੱਚ ਨਿਵੇਕਲੇ ਉੱਦਮ ਆਦਿ ਵਰਗੇ ਵੱਖ-ਵੱਖ ਕੰਮਾਂ ਕਰਕੇ ਇਲਾਕੇ ਭਰ ਵਿੱਚ ਇੱਕ ਕਿਸਾਨ ਰਾਹ ਦੇ ਸਿਰਾ ਕਿਸਾਨ ਬਣ ਗਿਆ ਹੈ। ਅੱਜ ਸਾਨੂੰ ਆਪਣੇ ਆਲੇ ਦੁਆਲੇ ਤੋਂ ਅਜਿਹੀ ਖੇਤੀ ਦੇ ਨਾਇਕ ਲੱਭਣ ਦੀ ਲੋੜ ਹੈ। ਅਸੀਂ ਬਾਗਬਾਨੀ ਵਿੱਚ ਵੀ ਡ੍ਰਿਪ ਸਰਵਿਸ ਕਰੀਏ। ਜਿਹੜਾ ਡ੍ਰਿਪ ਸਰਵਿਸ ਆ ਮੈਂ ਪਹਿਲਾਂ ਕੀਤੀ ਸੀ, ਲੇਕਿਨ ਕਿਸੇ ਕਾਰਨ ਕਰਕੇ ਸਾਡੇ ਅੰਮ੍ਰਿਤਸਰ ਸਾਈਡ 'ਤੇ ਸੋਇਲ ਕੰਜ਼ਰਵੇਸ਼ਨ ਵਾਲਿਆਂ ਨੂੰ ਪੂਰਾ ਤਜਰਬਾ ਨਹੀਂ ਸੀ ਔਰ ਉਹਨਾਂ ਨੇ ਜਿਹੜੀਆਂ ਪਾਈਪਾਂ ਨਹੀਂ ਸੀ ਪਾਉਣੀਆਂ ਚਾਹੀਦੀਆਂ ਉਹ ਥੱਲੇ ਪਾ ਦਿੱਤੀਆਂ। ਜਿਹੜੀਆਂ ਪਾਈਪ ਗਲਤ ਪਾਈ ਉਹ ਮੈਨੂੰ 5-6 ਸਾਲ ਬਾਅਦ ਪੁੱਟਣਾ ਪਿਆ। ਅਦਰਵਾਈਜ਼ ਜਿਹੜਾ ਡ੍ਰਿਪ ਇਰੀਗੇਸ਼ਨ ਆ ਉਹਦੇ ਵਿੱਚ ਕੀ ਆ ਕਿ ਬੂਟੇ ਨੂੰ ਪਾਣੀ ਜ਼ਿਆਦਾ ਨਹੀਂ ਮਿਲਦਾ ਅਤੇ ਪਾਣੀ ਦੀ ਬਚਤ ਹੁੰਦੀ ਆ ਔਰ ਉਹਦੇ 'ਚ ਬੂਟਾ ਜਿਹੜਾ ਉਹਨੂੰ ਬਿਮਾਰੀਆਂ ਨਹੀਂ ਆਉਂਦੀਆਂ। ਜੇ ਤੁਸੀਂ ਡ੍ਰਿਪ ਇਰੀਗੇਸ਼ਨ ਨਾ ਵੀ ਕਰਾ ਸਕਦੇ ਹੋ ਤਾਂ ਮੈਂ ਕਰੂੰਗਾ ਕਿ ਮੈਨੂੰ ਘੱਟ ਤੋਂ ਘੱਟ ਪਾਈਪਾਂ ਜ਼ਰੂਰ ਪਾਓ ਆਪਣੇ ਖੇਤਾਂ 'ਚ। ਇਸ ਤਰ੍ਹਾਂ ਮੇਰੇ ਇੱਕ ਜਗ੍ਹਾ 'ਤੇ 3 ਟਿਊਬਵੈੱਲ ਨੇ, ਉਹ ਤਿੰਨੇ ਟਿਊਬਵੈੱਲ ਜਿਹੜੇ ਨੇ ਇੱਕ ਦੂਜੇ ਨਾਲ ਪਾਈਪਾਂ ਨਾਲ ਜਦੋਂ ਪਾਣੀ ਜਾਂਦਾ ਹੈ ਅਤੇ ਉਦੋਂ ਤਿੰਨਾਂ ਦਾ ਇਕੱਠਾ ਜਾਂਦਾ ਹੈ ਅਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ 2 ਏਕੜ ਆ ਉਹ ਛੇਤੀ ਭਰ ਗਿਆ। ਨਹੀਂ ਤਾਂ ਕੀ ਹੁੰਦਾ ਆਮ ਤੌਰ 'ਤੇ ਕੀ ਹੁੰਦਾ ਹੈ ਕਿ ਇੱਕ ਟਿਊਬਵੈੱਲ ਦਾ ਪਾਣੀ ਲਾਈਦਾ, ਉਹ ਰਾਤ ਅੱਧਾ ਭਰਿਆ, ਅਗਲੇ ਦਿਨ ਫਿਰ ਲਾਇਆ, ਉਹ ਜਿਹੜਾ ਪਹਿਲੇ ਦਿਨ ਦਾ ਭਰਿਆ ਉੱਤੇ ਫਿਰ ਅਗਲੇ ਦਿਨ ਉਹਨੇ ਭਰਨਾ, ਉਹ ਪਹਿਲਿਆਂ ਬੂਟਿਆਂ ਨੂੰ ਨੁਕਸਾਨ ਹੋਣਾ, ਅਖੀਰ ਵਾਲਿਆਂ ਨੂੰ ਪਾਣੀ ਨਹੀਂ ਮਿਲਣਾ। ਇਸ ਕਰਕੇ ਅੰਡਰਗਰਾਊਂਡ ਪਾਈਪ ਜ਼ਰੂਰ ਕਰਾਉਣੀ ਚਾਹੀਦੀ ਆ। ਖਾਦਾਂ ਜਿਹੜੀਆਂ ਨੇ ਜੀ ਉਹ ਤਾਂ ਸਭ ਤੋਂ ਜ਼ਰੂਰੀ ਇਹ ਆ ਕਿ ਕਈ ਵਾਰ ਇਹ ਖੇਤ ਤੋਂ ਖੇਤ ਆ। ਯੂਨੀਵਰਸਿਟੀ ਕਹਿੰਦੀ ਆ ਕਿ ਜੀ ਇੰਨੀ ਖਾਦ ਪਾਉਣੀ ਚਾਹੀਦੀ ਆ, ਉਹ ਵੀ ਕਈ ਵਾਰ ਇਹ ਨਹੀਂ ਪੂਰਾ ਉਤਰਦਾ ਕਿਉਂਕਿ ਉਹ ਯੂਨੀਵਰਸਿਟੀ ਨੇ ਇੱਕ ਜਾਇਜ਼ ਲਿਆ ਹੁੰਦਾ ਕਿ ਇੰਨੀ ਖਾਦ ਚਾਹੀਦੀ ਆ। ਕਿਸੇ ਖੇਤ ਵਿੱਚ ਘੱਟ ਲੋੜ ਹੁੰਦੀ, ਕਿਸੇ ਜ਼ਿਆਦਾ ਲੋੜ ਹੁੰਦੀ ਆ।
ਔਰ ਉਹਦੇ ਵਿੱਚ ਕੀ ਆ ਕਿ ਤੁਹਾਨੂੰ ਹਰ ਜ਼ਿਮੀਂਦਾਰ ਨੂੰ ਆਪਣਾ ਖੇਤ ਜਿਹੜਾ ਵਾ ਉਹਦੀ ਮਿੱਟੀ ਟੈਸਟ ਕਰਾਉਣੀ ਚਾਹੀਦੀ ਆ। ਉਹ ਮਿੱਟੀ ਟੈਸਟ ਕਰਾਓਗੇ, ਉਸ ਮਿੱਟੀ ਟੈਸਟ ਦੇ ਨਾਲ ਤੁਹਾਨੂੰ ਪਤਾ ਹੋਊਗਾ ਵੀ ਤੁਹਾਡੇ ਖੇਤ ਵਿੱਚ ਯੂਰੀਆ ਦੀ ਕਿੰਨੀ ਕੁ ਲੋੜ ਆ, ਪੋਟਾਸ਼ ਦੀ ਲੋੜ ਆ, ਜ਼ਿੰਕ ਦੀ ਲੋੜ ਆ, ਜਿਹੜੀ ਅੱਡ ਕਿਹੜੀ ਚੀਜ਼ ਦੀ ਲੋੜ ਆ, ਉਹ ਲੋੜ ਉਸੇ ਮੁਤਾਬਕ ਫਿਰ ਜਿਹੜੀ ਆ ਉਹ ਪਾਇਓ। ਇਕੱਲਾ ਇਹ ਨਹੀਂ ਕਿ ਮਿੱਟੀ ਟੈਸਟ ਕਰੋ, ਖਾਸ ਕਰਕੇ ਬਾਗਾਂ ਦੇ ਵਿੱਚ ਪੱਤੇ ਵੀ ਟੈਸਟ ਕਰਾਉਣੇ ਪੈਂਦੇ ਨੇ। ਉਹ ਪੱਤਿਆਂ ਤੋਂ ਤੁਹਾਨੂੰ ਕੁਛ ਚੀਜ਼ਾਂ ਪਤਾ ਲੱਗਦਾ ਆ। ਜਿਸ ਤਰ੍ਹਾਂ ਹੁਣ ਐਤਕਾਂ ਮੈਂ ਤੁਹਾਨੂੰ ਦੱਸਾਂਗਾ ਕਿ ਲੋੜ ਤੋਂ ਵੱਧ ਨਾਖਾਂ ਦੇ ਵਿੱਚ ਪ੍ਰੋਬਲਮ ਆਈ ਆ। ਨਾਖ ਤੇ ਅਸੀਂ ਕਹਿੰਦੇ ਇੱਕ ਨੰਬਰ ਇੱਕ ਜਿਹੜੀ ਮੋਟੀ ਨਾਖ ਹੁੰਦੀ ਆ ਤਾਂ ਸਾਫ਼ ਹੁੰਦੀ ਆ। ਨੰਬਰ 2 ਦੀ ਜਿਹੜੀ ਬਰੀਕ ਰਹਿ ਜਾਂਦੀ ਉਹ ਹੋ ਗਈ। ਉਹਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਬਾਗ ਨੂੰ ਇੱਕੇ ਵਾਰ ਨਹੀਂ ਤੋੜਨਾ। ਉਹਦੇ ਵਿੱਚੋਂ ਅਸੀਂ ਲੋਕਾਂ ਨਾਲੋਂ 20 ਦਿਨ ਪਹਿਲਾਂ ਤੋੜਨਾ ਹੀ ਸ਼ੁਰੂ ਕਰ ਲਈ। ਸਿਰਫ ਨੰਬਰ 1 ਤੋੜਿਆ। ਅਸੀਂ ਜੂਨ ਦੇ ਵਿੱਚ ਸ਼ੁਰੂ ਕਰਤੀ। ਲੋਕ ਨਾਰਮਲੀ 10 ਜੁਲਾਈ ਨੂੰ ਕਰਦੇ ਆ, ਅਸੀਂ 10 ਜੂਨ ਨੂੰ ਕਰਦਾ। ਉਹਦੇ ਵਿੱਚੋਂ ਮੋਟੇ ਦਾਣੇ ਜਿਹੜੇ ਨੇ ਉਹਨਾਂ ਨੂੰ ਤੋੜ ਕੇ ਨੰਬਰ 1 ਨੂੰ ਕੀਤਾ। ਉਸ ਵੇਲੇ ਉਹਦਾ ਭਾਅ ਵੀ ਜ਼ਿਆਦਾ ਮਿਲਿਆ ਔਰ ਜਿਹੜਾ ਜਿੰਨੇ ਨੰਬਰ 1 ਚਲੇ ਗਿਆ, ਦੂਜਾ ਨੰਬਰ 2 ਸੀ ਉਹਨੂੰ ਮੋਟਾ ਹੋਣ ਲਈ ਹੋਰ ਚਾਂਸ ਮਿਲ ਗਿਆ। ਇਸੇ ਤਰ੍ਹਾਂ ਹੀ ਐਤਕਾਂ ਪ੍ਰੋਬਲਮ ਆਈ ਆ ਕਿ ਸਿੱਕਰੀ ਜ਼ਿਆਦਾ ਪਈ ਆ। ਕਿਸੇ ਮੇਰੇ ਬਾਗ ਵਿੱਚ 20 ਤੋਂ 22% ਸਿੱਕਰੀ ਹੋਈ ਆ, ਜਿਹੜੀ ਕਿ 5-7 ਤੋਂ ਵੱਧ ਨਹੀਂ ਹੋਣੀ ਚਾਹੀਦੀ। ਔਰ ਆਮ ਬਾਗਾਂ ਦੇ ਵਿੱਚ 40% ਸਿੱਕਰੀ ਹੋਈ ਆ। ਉਹਦਾ ਵੀ ਅਸੀਂ ਆਪਣੀ ਯੂਨੀਵਰਸਿਟੀ ਨੂੰ ਵੀ KVK ਨੂੰ ਵੀ ਤਕਲੀਫ ਦੱਸੀ ਆ। ਉਹਦਾ ਟੈਸਟ ਕਰ ਰਹੇ ਨੇ ਕੀ ਕਾਹਦੇ ਕਰਕੇ ਹੋਇਆ ਵਾ। ਜ਼ਿਮੀਂਦਾਰ ਜਿਹੜਾ ਉਹ ਪੈਦਾ ਕਰ ਲੈਂਦਾ, ਲੇਕਿਨ ਮਾਰਕੀਟ ਦੇ ਵਿੱਚ ਮਾਰ ਖਾਂਦਾ ਆ। ਹੁਣ ਸਾਡੀ ਕਈ ਗੱਲਾਂ ਵੱਸ ਨਹੀਂ ਹੁੰਦੀਆਂ ਹਰ ਜ਼ਿਮੀਂਦਾਰ ਦੇ, ਕਿਉਂਕਿ ਜਦੋਂ ਕਣਕ ਝੋਨਾ ਹੁੰਦਾ ਆ ਤੇ ਸਾਡੀ ਕੈਪੈਸਿਟੀ ਨਹੀਂ ਹੁੰਦੀ ਕਿ ਉਹਨੂੰ ਅਸੀਂ ਇੱਕਦਮ ਰੱਖ ਸਕੀਏ, ਕਿਉਂਕਿ ਥਾਂ ਨਹੀਂ ਹੁੰਦੀ ਉਹਨੂੰ ਝੋਨੇ ਨੂੰ ਰੱਖਣ ਲਈ। ਉਹਨੂੰ ਮੰਡੀ ਵਿੱਚ ਖੜਨਾ ਹੀ ਪੈਂਦਾ ਵਾ। ਉਹਦੇ 'ਚ ਕੋਈ ਆਲਟਰਨੇਟਿਵ ਨਹੀਂ ਗਾ। ਜੋ ਸਾਨੂੰ ਭਾਅ ਮਿਲੇ ਉਹ ਲੈਣਾ ਪੈਂਦਾ। ਜਿਹੜੇ ਫਰੂਟਸ ਨੇ ਇਹਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਆਲੂ ਬੁਖਾਰਾ ਆ ਜਾਂ ਆੜੂ ਆ ਜਾਂ ਅਮਰੂਦ ਆ, ਇਹਨੂੰ ਤੁਸੀਂ ਘਰ ਨਹੀਂ ਰੱਖ ਸਕਦੇ। ਉਹ ਜਿੱਦਣ ਤੋੜਨਾ ਉੱਦਾਂ ਹੀ ਮੰਡੀ ਖੜਨਾ ਪੈਣਾ। ਨਾਖ ਇੱਕ ਐਸੀ ਚੀਜ਼ ਹੈ, ਨਾਸ਼ਪਤੀ, ਜਿਹਨੂੰ ਤੁਸੀਂ 1 ਮਹੀਨੇ ਤੋਂ ਲੈ ਕੇ 2-2.5 ਮਹੀਨੇ ਤੱਕ ਸਟੋਰ ਵਿੱਚ ਰੱਖ ਸਕਦੇ ਹੋ ਜਦੋਂ ਮੰਦਾ ਹੈ। ਲੇਕਿਨ ਉਹਦੀ ਉਸ ਵੇਲੇ ਕੁਆਲਿਟੀ ਠੀਕ ਹੋਏ, ਸਖਤ ਹੋਏ, ਇਹ ਤੁਹਾਨੂੰ ਦੇਖਣਾ। ਉਹਨੂੰ ਸਟੋਰ 'ਚ ਵੀ ਰੱਖ ਲਈਦਾ। ਮੈਂ ਹੁਣ ਕੁਛ ਜਿਹੜਾ ਮੇਰੇ ਇਸ ਵੇਲੇ ਕੋਈ 1500 ਬਾਕਸ ਸਟੋਰ 'ਚ ਆ, ਬਾਕੀ ਮੈਂ ਵੇਚ ਦਿੱਤਾ। ਉਹਦੇ ਲਈ ਫਿਰ ਕੀ ਕਰਦੇ ਹਾਂ ਕਿ ਅਸੀਂ ਕੋਈ 3-4 ਜ਼ਿਮੀਂਦਾਰ ਰਲੇ ਆ, ਅਸੀਂ ਮਾਲ ਭੇਜਦੇ ਹਾਂ। ਅਦਰਵਾਈਜ਼ ਹਰ ਬੰਦੇ ਦਾ ਕਲਕੱਤਾ ਜਾਣਾ ਮੁਸ਼ਕਿਲ ਆ। ਈਵਨ ਕਿ ਵਪਾਰੀ ਨਹੀਂ ਜਾਂਦੇ। ਵਪਾਰੀ ਜਦੋਂ ਸਟੋਰਾਂ ਦਾ ਮਾਲ ਖੜਦੇ ਨੇ ਉਦੋਂ ਟਰੱਕ ਤੇ ਟਰੱਕ ਉਦੋਂ ਜਾਂਦੇ ਨੇ ਕੁਛ ਦਿਨ ਲਈ। ਜਦੋਂ ਤੜਾਈ ਹੋ ਰਹੀ ਹੁੰਦੀ ਆ, ਉਹਨਾਂ ਤੜਾਈ ਤੇ ਪੈਕਿੰਗ ਦੇ ਵਿੱਚ ਬਿਜ਼ੀ ਹੁੰਦੇ ਆ, ਤੇ ਸਟੋਰ 'ਤੇ ਮਾਲ ਉਹਨਾਂ ਵਪਾਰੀਆਂ 'ਤੇ ਹੀ ਡਿਪੈਂਡ ਕਰਦੇ ਨੇ ਜਿਹੜੇ ਉੱਥੇ ਕਲਕੱਤੇ ਦੇ ਵਪਾਰੀ ਨੇ, ਕਲਕੱਤੇ ਦੇ ਜਾਂ ਦਿੱਲੀ ਦੇ ਵਪਾਰੀ ਨੇ। ਇਹ ਆ, ਇਸ ਲਈ ਮਾਰਕੀਟਿੰਗ ਬੜੀ ਵੱਡੀ ਜ਼ਰੂਰੀ ਆ। ਮੈਂ ਵੀ ਨਾਸ਼ਪਤੀ ਦੀ ਖੇਤੀ ਕਰਦਾ ਜੀ। ਮੇਰੇ ਕੋਲ ਇਸ ਵੇਲੇ 31 ਏਕੜ ਜਿਹੜਾ ਬਾਗ ਆ ਉਹ ਨਾਸ਼ਪਤੀ ਦਾ ਵਾ। ਅਸੀਂ ਨਾਸ਼ਪਤੀ ਦੇ ਨਾਲ ਮਾਰਕੀਟਿੰਗ ਵੀ ਖੁਦ ਕਰਦੇ ਹਾਂ। ਅਸੀਂ ਕਲਕੱਤੇ ਸਾਰੀ ਮਾਲ ਦੀ ਤੜਾਈ ਕਰਕੇ ਕਲਕੱਤੇ ਭੇਜਦੇ ਹਾਂ ਤੇ ਵਧੀਆ ਜਿਹੜੀ ਆ ਉਹ ਅਰਨ ਕਰਦੇ ਹਾਂ। ਅਸੀਂ ਹਮੇਸ਼ਾ, ਮੈਂ ਤੇ ਮੇਜਰ ਮਨਮੋਹਨ ਸਿੰਘ ਨਾਲ ਹੀ ਰਹਿੰਦੇ ਹਾਂ ਜੀ। ਜੋ ਵੀ ਖੇਤੀਬਾੜੀ ਦੇ ਕੰਮ ਨੇ, ਬਾਗਬਾਨੀ ਦੇ ਜੋ ਵੀ ਕੰਮ ਨੇ, ਇੱਕ ਦੂਜੇ ਦੇ ਸਲਾਹ ਮਸ਼ਵਰੇ ਨਾਲ ਹੀ ਕਰਦੇ ਹਾਂ। ਮੇਜਰ ਮਨਮੋਹਨ ਸਿੰਘ ਬੜੇ ਪ੍ਰੋਗਰੈਸਿਵ ਫਾਰਮਰ ਨੇ ਜੀ। ਇਹ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਨੇ। ਇਹਨਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਉਦਮ ਆ ਕਿ ਹਰ ਕੰਮ ਵਾਸਤੇ ਸਭ ਤੋਂ ਅੱਗੇ ਰਹਿੰਦੇ ਨੇ। ਇਹਨਾਂ ਦਾ ਵੀ ਬੜਾ ਵਧੀਆ ਬਾਗ ਹੈ ਜੀ। ਹੁਣ ਇਸ ਵੇਲੇ ਵੀ ਇਹ ਮਾਰਕੀਟਿੰਗ ਸਾਡੇ ਨਾਲ ਖੁਦ ਕਰ ਰਹੇ ਨੇ। ਇਹਨਾਂ ਨੇ ਅਵਾਰਡ ਵੀ ਬੜੀ ਅੱਛੀ ਤਰ੍ਹਾਂ ਲਏ ਨੇ ਜੀ। ਤੇ ਬਾਕੀ ਮਹਾਰਾਜ ਚੜ੍ਹਦੀ ਕਲਾ ਰੱਖਣ ਇਹਨਾਂ ਦੀ। ਇਸ ਵੇਲੇ ਬੜੀ ਚੜ੍ਹਦੀ ਕਲਾ ਵਿੱਚ ਨੇ ਜੀ। ਮੈਂ ਇਨ ਫਿਊਚਰ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਨਹੀਂ ਸਕਿਆ ਕਿ ਮੈਂ ਦਰਿਆ ਕੰਢੇ ਜ਼ਮੀਨ ਲਈ ਸੀ, ਜਿਸ 'ਚੋਂ ਮੇਰੀ 22 ਏਕੜ ਜ਼ਮੀਨ ਜਿਹੜੀ ਆ ਉਹ ਦਰਿਆ ਵਿੱਚ ਵੀ ਚਲੇ ਗਈ ਆ। ਜਿਹੜੀ ਹੈਗੀ ਆ ਦੂਰ, ਉਹਦੇ ਵਿੱਚ ਮੈਂ ਪਾਪੂਲਰ ਲਾ ਰਿਹਾ। ਪਾਪੂਲਰ ਦੇ ਵਿੱਚ ਪਹਿਲੇ ਸਾਲ ਕਮਾਦ ਲਾਈਦਾ। ਪਹਿਲੇ ਸਾਲ ਕਮਾਦ ਦੀ ਫਸਲ ਜਿਹੜੀ ਆ 90% ਹੋ ਜਾਂਦੀ ਆ, ਦੂਜੇ ਸਾਲ 30% ਰਹਿ ਜਾਂਦੀ ਆ। ਇਸ ਲਈ ਦੂਜੇ ਸਾਲ ਕੱਢੋ ਨਾ ਕਰੋ, ਤੁਹਾਨੂੰ ਚਲੋ 30 ਸਾਲ ਖਰਚਾ ਹੀ ਕੱਢ ਗਿਆ ਠੇਕੇ ਦਾ। ਅਤੇ ਪਾਪੂਲਰ ਲਾਓ ਤਾਂ ਕਿ ਇਹ ਸ਼ਾਰਟੇਜ ਜਿਹੜੀ ਆ ਸਾਡੇ ਪੰਜਾਬ 'ਚ ਇਸ ਵੇਲੇ ਲੱਕੜ ਦੀ ਬੜੀ ਸ਼ਾਰਟੇਜ ਆ। ਲੇਕਿਨ ਇਹਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਵੀ ਹਿੱਸਾ ਪਾ ਸਕਦੀਆਂ। ਮੈਂ ਤੁਹਾਨੂੰ ਮਿਸਾਲ ਦੇਣ ਲੱਗਾ। ਅੱਜ ਤੋਂ 8 ਸਾਲ ਪਹਿਲਾਂ ਇੰਨਾ ਮੰਦਾ ਹੋ ਗਿਆ ਪਾਪੂਲਰ ਕਿ ਜਿਹੜੀ 1000 ਰੁਪਏ ਦੀ ਚੀਜ਼ ਸੀ ਉਹ 500 ਰੁਪਏ 'ਤੇ ਆ ਗਈ। ਅਤੇ ਮੋਦੀ ਜੀ ਦਾ ਮੈਸੇਜ ਆਇਆ, ਜਿਹੜਾ ਜੁਆਇੰਟ ਸੈਕਟਰੀ ਹੈਗਾ ਸੀ ਫੋਰੈਸਟਰੀ, ਕਿ 50% ਫੋਰੈਸਟ ਲਾਉਣਾ ਚਾਹੀਦਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਪੰਜਾਬ ਵਿੱਚ ਤਾਂ 2% ਵੀ ਨਹੀਂ ਗਾ,
ਤੇ ਜੇ 2% ਨਹੀਂ ਸਾਡੇ ਕੋਲ ਸਾਂਭਿਆ ਜਾਂਦਾ ਤੇ 50% ਨੂੰ ਕੀ ਕਰਾਂਗੇ, ਕਿੱਥੇ ਖੜਾਂਗੇ। ਮੈਂ ਤੁਹਾਨੂੰ ਕੁਝ ਸਟੇਟਾਂ ਦੀ ਦੱਸਦਾ ਕਿ ਜਿਨ੍ਹਾਂ ਨੇ ਚੰਗੀ ਮੈਨੇਜਮੈਂਟ ਆ। ਤਾਮਿਲਨਾਡੂ ਇੱਕ ਉਹਨਾਂ 'ਚੋਂ ਇੱਕ ਸਟੇਟ ਆ। ਉੱਥੇ ਜਿੰਨਾ ਪਾਪੂਲਰ, ਜਿੰਨੀ ਉਹਨਾਂ ਦੀ ਹੈਗੀ ਆ ਰਿਕੁਆਇਰਮੈਂਟ ਆ ਇੰਡਸਟਰੀ ਦੀ, ਉਹਨਾਂ ਉਹ ਪਾਪੂਲਰ ਲਵਾਉਂਦੇ ਨੇ। ਉਹਨਾਂ ਦਾ ਕਦੀ ਬੰਦਾ ਨਹੀਂ ਆਇਆ। ਜਦੋਂ ਸਾਡੇ 500 ਰੁਪਏ ਕੁਇੰਟਲ ਸੀ, ਉੱਥੇ 1000 ਰੁਪਏ ਕੁਇੰਟਲ ਸੀ। ਅਸੀਂ ਉੱਥੇ ਤਾਂ ਭੇਜ ਨਹੀਂ ਸਕਦੇ ਤਾਮਿਲਨਾਡੂ। ਲੇਕਿਨ ਉਹਨਾਂ ਦੇ ਜਿਹੜਾ ਸੀ ਇੰਡਸਟਰੀ ਉਹਨਾਂ ਕੋਲ ਇੰਨੀ ਆ ਕਿ ਉਹਨਾਂ ਆਇਆ। ਹੁਣ ਤੁਹਾਡੀ ਮੈਂ ਨੌਲੇਜ ਦੱਸ ਲੱਗਾ ਕਿ ਜਿਹੜੀ ਨਾਨ ਫਰੂਟ ਟਰੀਜ਼ ਨੇ, ਜਿੱਦਾਂ ਬਾਂਸ ਆ, ਬੈਂਗਲੌਰ ਦੇ ਵਿੱਚ ਬਾਂਸ ਜਿਹੜਾ ਵਾ ਉਹ ਚਾਈਨਾ ਤੋਂ ਆ ਰਿਹਾ ਵਾ। ਔਰ ਉੱਥੇ ਸਾਡੇ ਕੋਲ ਬਾਂਸ ਦੀ ਇੰਡਸਟਰੀ ਕੋਈ ਨਹੀਂ ਗੀ ਪੰਜਾਬ 'ਚ ਜਾਂ ਹਰਿਆਣੇ 'ਚ। ਇਹ ਮੇਰੀ ਆ ਕਿ ਜਿਹੜੀ ਨਾਨ ਫਰੂਟ ਟਰੀਜ਼ ਤੋਂ ਵੀ ਆ ਪਾਪੂਲਰ ਆ, ਇਹ ਸਫੈਦਾ ਏ ਜਾਂ ਬਾਂਸ ਆ। ਮੈਂ ਬਾਂਸ ਵੀ ਲਾਉਣਾ ਚਾਹੁੰਦਾ ਸਾਂ। ਇੱਕ ਮੈਂ ਹੋਰ ਤੁਹਾਨੂੰ ਨਵੀਂ ਗੱਲ ਵੀ ਦੱਸਣੀ ਸ਼ਾਇਦ ਤੁਹਾਨੂੰ ਖੁਸ਼ੀ ਹੋਏਗੀ। ਮੈਂ ਚੰਦਨ ਲਾਇਆ ਵਾ 2 ਏਕੜ ਦੇ ਵਿੱਚ। ਉਹ ਵੀ POU ਇਸ ਹੱਕ 'ਚ ਨਹੀਂ ਸੀ। ਉਹ ਕਹਿੰਦੇ ਮੈਨੂੰ ਕਿ ਤੁਸੀਂ ਮੇਜਰ ਸਾਹਿਬ ਆਪੇ ਹੀ ਕਰਦੇ ਹੋ, ਬੂਟਾ ਤਾਂ ਇਹ ਹੋ ਜਾਏਗਾ, ਇਹਦੀ ਕੁਆਲਿਟੀ ਨਹੀਂ ਬਣਨੀ। ਮੈਂ ਕਿਹਾ ਜੀ ਤੁਸੀਂ ਇਹ ਵੇਖਿਆ, ਤੁਸੀਂ 10 ਸਾਲ 15 ਸਾਲ ਦਾ ਤੁਹਾਡੇ ਕੋਲ ਤਜਰਬਾ ਹੈਗਾ। ਇਹ ਨਹੀਂ, ਮੈਂ ਤੁਸੀਂ ਕਿਸ ਤਰ੍ਹਾਂ ਕਹਿੰਦੇ, ਇਹ ਲੋਕ ਹੀ ਕਹਿੰਦੇ ਆ। ਮੈਂ ਬੈਂਗਲੌਰ ਗਿਆ। ਬੰਗਲੌਰ ਇੱਕ ਇੰਸਟੀਚਿਊਟ ਆ, ਨਾਨ ਫਰੂਟ ਟਰੀਜ਼ ਦਾ ਇੰਸਟੀਚਿਊਟ ਆ, ਜਿਹਦੇ ਵਿੱਚ ਸਿਰਫ ਜਿਹੜੇ ਨਾਨ ਫਰੂਟ ਟਰੀਜ਼ ਆ ਨਾ, ਉਹਨਾਂ 'ਤੇ ਹੀ ਰਿਸਰਚ ਹੁੰਦੀ ਆ। ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਨਾਲੋਂ ਤੁਹਾਡੀ ਕੁਆਲਿਟੀ ਚੰਗੀ ਬਣੇਗੀ, ਗਰੋਥ ਘੱਟ ਹੋਏਗੀ ਸਰਦੀ ਦੇ ਵਿੱਚ, ਲੇਕਿਨ ਗਰਮੀ ਇਹਦੇ ਵਿੱਚ ਜਿਹੜਾ ਵਾ ਉਹ ਮੇਰਾ ਚੱਲ ਰਿਹਾ ਜਿਹੜਾ ਹੁਣ, ਤੇ 2 ਸਾਲ ਪੁਰਾਣਾ ਵਾ ਮੇਰਾ। ਮੈਂ ਚੰਦਨ ਲਾਈ ਆ 2 ਸਾਲ ਦੇ। ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਖੇਤੀ ਦਾ ਧੰਦਾ ਜਿੰਨਾ ਅਸੀਂ ਸਮਝਦੇ ਹਾਂ ਕਿ ਜੀ ਇੰਨਾ ਪ੍ਰੋਫਿਟੇਬਲ ਨਹੀਂ ਗਾ, ਇਹ ਖੇਤੀ ਦਾ ਧੰਦਾ ਅੱਜ ਤੋਂ 500 ਸਾਲ ਵੀ ਪਹਿਲਾਂ ਪ੍ਰੋਫਿਟੇਬਲ ਨਹੀਂ ਸੀ, ਬਹੁਤਾ 100 ਸਾਲ ਵੀ ਨਹੀਂ ਸੀ। ਜਿੱਥੋਂ ਤੱਕ ਮੇਰੀ ਨੌਲੇਜ ਆ, ਜਦੋਂ ਸੈਕੰਡ ਵਰਲਡ ਵਾਰ ਹੋਈ ਆ ਤੇ ਉਦੋਂ ਇੱਕਦਮ ਕੀਮਤਾਂ ਵਧੀਆਂ ਤੇ ਇੱਕਦਮ ਜਿਹੜੇ ਵੱਡੇ ਜ਼ਿਮੀਂਦਾਰ ਸੀ ਬਾਹਰ ਜਿਹੜੇ ਸਰਗੋਦਾ, ਲੈਲਪੁਰ, ਮਿੰਟਗੁਮਰੀ, ਉਹ ਖੁਸ਼ਹਾਲ ਹੋਏ। ਉਦੋਂ ਬਾਅਦ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਹੈ ਤੇ ਅਸੀਂ ਬੜੀ ਤਰੱਕੀ ਕੀਤੀ। ਬਹੁਤ ਸਾਡਾ ਫਸਲਾਂ ਦਾ 2-2, 3-3 ਗੁਣਾ ਝਾੜ ਵੱਧ ਗਿਆ। ਲੇਕਿਨ ਹੁਣ ਸਾਡੇ ਲਈ ਸੰਦੇਸ਼ ਇਹ ਆ, ਜਿੰਨੀ ਕੁ ਆਮਦਨ ਆ ਉਹਦੇ ਉਨੇ ਕੁ ਹੀ ਖਰਚੇ ਕਰੀਏ। ਸਾਡੀ ਇਸ ਵੇਲੇ ਮੁਸ਼ਕਿਲ ਇਹ ਆ ਕਿ ਅਸੀਂ ਆਪਣੇ ਖਰਚੇ ਬਹੁਤ ਜ਼ਿਆਦਾ ਵਧਾ ਰਹੇ ਨੇ। ਉਹ ਅਸੀਂ ਕਰਜ਼ਾ ਲੈ ਕੇ ਤੇ ਨਾਨ ਐਗਰੀਕਲਚਰ ਕੰਮ ਤੇ ਵਰਤ ਰਹੇ ਹਾਂ। ਯਕੀਨ ਮੰਨੋ ਕਿ ਅਜਿਹਾ ਸਾਡਾ ਕੀਤਾ ਯਤਨ ਸਾਡੀ ਭਵਿੱਖ ਦੀ ਖੇਤੀ ਨੂੰ ਨਿਖਾਰਨ ਅਤੇ ਸਵਾਰਨ ਵਿੱਚ ਜਿੱਥੇ ਵਡਮੁੱਲਾ ਯੋਗਦਾਨ ਪਾ ਸਕਦਾ ਏ, ਉੱਥੇ ਸਾਡੇ ਅੰਦਰ ਖੇਤੀ ਦੇ ਨਾਇਕ ਵਜੋਂ ਲੁਕੀਆਂ ਸੰਭਾਵਨਾਵਾਂ ਨੂੰ ਵੀ ਜੱਗ ਜ਼ਾਹਿਰ ਕਰ ਸਕਦਾ ਏ। ਕਿ ਅਸੀਂ ਵੀ ਰਿਟਾਇਰਡ ਮੇਜਰ ਮਨਮੋਹਨ ਸਿੰਘ ਦੀ ਤਰ੍ਹਾਂ ਖੇਤੀ ਵਿੱਚ ਨਵੇਂ ਪੂਰਨੇ ਪਾ ਸਕਦੇ ਹਾਂ। ਅੱਜ ਸਾਨੂੰ ਆਪਣੇ ਆਲੇ ਦੁਆਲੇ ਤੋਂ ਅਜਿਹੀ ਖੇਤੀ ਦੇ ਨਾਇਕ ਲੱਭਣ ਦੀ ਲੋੜ ਏ। ਸਾਨੂੰ ਅਜਿਹੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅਮਲੀ ਕੰਮਾਂ ਤੋਂ ਸੇਧ ਲੈਣ ਦੀ ਜ਼ਰੂਰਤ ਏ ਕਿ ਅਸੀਂ ਵੀ ਰਿਟਾਇਰਡ ਮੇਜਰ ਮਨਮੋਹਨ ਸਿੰਘ ਦੀ ਤਰ੍ਹਾਂ ਖੇਤੀ ਵਿੱਚ ਨਵੇਂ ਪੂਰਨੇ ਪਾ ਸਕਦੇ ਹਾਂ। ਭਾਰਤ ਸਰਕਾਰ ਨੇ ਦਾਲਾਂ ਦੀ ਉਪਜ ਵਧਾਉਣ ਲਈ ਸਾਲ 2023-24 ਨੂੰ ਮੁੱਲ ਸਮਰਥਨ ਯੋਜਨਾ PSS ਦੇ ਤਹਿਤ ਅਰਹਰ, ਮਾਂ ਅਤੇ ਮਸਰ ਦੀ ਖਰੀਦ ਸੀਮਾ ਹਟਾ ਦਿੱਤੀ ਹੈ। ਕਿਸਾਨ ਹੁਣ ਇਸ ਸਾਲ ਮੁੱਲ ਸਮਰਥਨ ਯੋਜਨਾ PSS ਦੇ ਤਹਿਤ ਅਰਹਰ, ਮਾਂ ਅਤੇ ਮਸਰ ਦੀ ਆਪਣੀ ਉਪਜ ਦਾ ਜਿੰਨਾ ਮਰਜ਼ੀ ਹਿੱਸਾ ਵੇਚ ਸਕਦੇ ਹਨ। ਇਸ ਫੈਸਲੇ ਨਾਲ ਅਗਲੀ ਸੌਣੀ ਅਤੇ ਹਾੜੀ ਦੇ ਮੌਸਮ ਵਿੱਚ ਇਨ੍ਹਾਂ ਦਾਲਾਂ ਦੀ ਬਿਜਾਈ ਦਾ ਰਕਬਾ ਵਧਣ ਦੀ ਉਮੀਦ ਹੈ। ਉਪਭੋਗਤਾ ਮਸਲਿਆਂ ਦੇ ਵਿਭਾਗ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਰਹਰ, ਮਾਂ ਅਤੇ ਮਸਰ ਤੇ ਲੱਗੀ ਸਟਾਕ ਸੀਮਾ ਦਾ ਸਖਤੀ ਨਾਲ ਪਾਲਣ ਕਰਨ ਅਤੇ ਇਨ੍ਹਾਂ ਦੀਆਂ ਕੀਮਤਾਂ ਤੇ ਨਿਗਰਾਨੀ ਰੱਖਣ।